ਵਾਹਿਗੁਰੂ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਬਾਲਾ ਮਰਦਾਨਾ, ਬਾਬਾ ਬੁੱਢਾ ਸਾਹਿਬ ਜੀ ਤੋਂ ਇਲਾਵਾ ਵੀ ਦੋ ਸਿੱਖ ਹੋਰ ਨਾਂ ਸਨ, ਜਿਨ੍ਹਾਂ ਦਾ ਨਾਮ ਹੈ ਸੀਹਾ ਲੋਹਾਰ ਅਤੇ ਬਾਬਾ ਸਾਹਿਬ ਸਾਦਾ ਜੀ। ਅੱਜ ਅਸੀਂ ਬਾਬਾ ਸਾਹਿਬ ਸਾਦਾ ਜੀ ਦੇ ਬਾਰੇ ਵਿੱਚ ਗੱਲ ਕਰਾਂਗੇ। ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਕਿੰਨਾ ਚਿਰ ਰਹੇ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਨਾਲ ਕਿੰਨਾ ਚਿਰ ਰਹੇ, ਬਾਅਦ ਵਿੱਚ ਗੁਰੂ ਅਮਰਦਾਸ ਜੀ ਦੇ ਨਾਲ ਇਹ ਬਾਬਾ ਸਾਹਿਬ ਸਾਦਾ ਜੀ ਕਿੰਨਾ ਚਿਰ ਰਹੇ, ਕਿਹੜੇ ਕਿਹੜੇ ਇਹਨਾਂ ਨੇ ਕੰਮ ਕੀਤੇ, ਉਸ ਬਾਰੇ ਅੱਜ ਅਸੀਂ ਜਾਣਾਂਗੇ। ਅੱਜ ਇਹਨਾਂ ਦਾ ਪਰਿਵਾਰ ਕਿੱਥੇ ਹੈ, ਕਿਸ ਹਾਲਾਤ ਵਿੱਚ ਹੈ, ਉਸ ਸਾਰੇ ਬਾਰੇ ਅੱਜ ਅਸੀਂ ਵੇਰਵਿਆਂ ਸਹਿਤ ਜਾਣਾਂਗੇ। ਵਾਹਿਗੁਰੂ ਜੀ। ਬਾਬਾ ਸਾਹਿਬ ਸਾਦਾ ਜੀ ਗੁਰਸਿੱਖੀ ਦੇ ਉੱਘੇ ਪ੍ਰਚਾਰਕ ਹੋਏ ਹਨ, ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੰਜੀ ਬਖਸ਼ੀ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖੀ ਦੇ ਪ੍ਰਚਾਰ ਲਈ 30 ਮੰਜੀਆਂ ਬਖਸ਼ੀਆਂ ਸਨ, ਜਿਨ੍ਹਾਂ ਵਿੱਚ ਅਜਿੱਤਾ ਰੰਧਾਵਾ, ਭਾਈ ਮਰਦਾਨਾ, ਭਾਈ ਲਾਲੋ ਜੀ, ਬਾਬਾ ਬੁੱਢਾ ਜੀ, ਸਾਧੋ ਜੱਟ, ਛੀਹਾ ਲੋਹਾਰ ਅਤੇ ਉੱਪਲ ਆਦਿ ਸ਼ਾਮਿਲ ਸਨ। ਇਤਿਹਾਸ ਵਿੱਚ ਸਾਹਿਬ ਸਾਦਾ ਜੀ ਸਾਧੋ ਜੱਟ ਦੇ ਸਾਧੋ ਘਿਓ ਕਰਕੇ ਵੀ ਜਾਣੇ ਜਾਂਦੇ ਹਨ। ਅੰਗਰੇਜ਼ੀ ਰਾਜ ਵਿੱਚ ਜੋ ਪਿੰਡ ਭੋਲੇਕੇ ਦਾ ਗੈਜ਼ਟੀਅਰ ਛਾਪਿਆ ਗਿਆ ਸੀ, ਉਸ ਵਿੱਚ ਪਿੰਡ ਭੋਲੇਕੇ ਦਾ ਸਾਧੋ ਸਿੱਧ ਕਰਕੇ ਲਿਖਿਆ ਗਿਆ ਹੈ, ਜੋ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਅਤੇ ਸਾਰਾ ਕਲਾਨੌਰ ਇਲਾਕਾ ਸਾਧੋ ਨੂੰ ਸਿੱਧ ਕਰਕੇ ਪੂਜਦਾ ਸੀ। ਇਹ ਕਲਾਨੌਰ ਦਾ ਇੱਕ ਇਲਾਕਾ ਬੜਾ ਮਸ਼ਹੂਰ ਸੀ, ਕਿਉਂਕਿ ਮੁਗਲ ਰਾਜ ਵਿੱਚ ਇਸ ਨੂੰ ਮੁਗਲ ਰਾਜ ਦਾ ਤਖਤ ਮੰਨਿਆ ਜਾਂਦਾ ਰਿਹਾ ਹੈ ਅਤੇ ਇੱਥੇ ਹੀ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਸਾਧੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦਾ ਸੀ। ਪੂਰਬ ਦਿਸ਼ਾ ਦੀ ਪਹਿਲੀ ਉਦਾਸੀ ਵਿੱਚ ਸਾਧੂ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਦੇ ਨਾਲ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਸੀ, ਜਿਸ ਦਾ ਜ਼ਿਕਰ ਪੁਰਾਤਨ ਜਨਮ ਸਾਖੀਆਂ ਵਿੱਚ ਹੈ। ਲੰਕਾ ਦੀ ਫੇਰੀ ਵਿੱਚ ਵੀ ਸਾਧੂ ਅਤੇ ਇੱਕ ਹੋਰ ਸਿੱਖ ਸੀਹਾ ਲੋਹਾਰ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ। ਲੰਕਾ ਦਾ ਰਾਜਾ ਸ਼ਿਵਨਾਭ ਸੀ, ਜਿਸ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਗੁਰਸਿੱਖ ਭਾਈ ਮਨਸੁਖ ਦੀ ਜ਼ੁਬਾਨੀ ਸੁਣੀ, ਜਿਸ ਦਾ ਵਪਾਰ ਲੰਕਾ ਵਿੱਚ ਵੀ ਚੱਲਦਾ ਸੀ। ਰਾਜਾ ਸ਼ਿਵਨਾਭ ਨੇ ਉਸ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੇ ਗੁਰੂ ਸਾਹਿਬਾਨ ਦਾ ਦਰਸ਼ਨ ਕਰਾਓ ਅਤੇ ਉਹਨਾਂ ਨੂੰ ਲੰਕਾ ਵਿੱਚ ਲੈ ਕੇ ਆਓ। ਸਿੱਖ ਨੇ ਕਿਹਾ ਕਿ ਰਾਜਾ ਜੀ, ਮੇਰਾ ਗੁਰੂ ਚੱਕਰਵਰਤੀ ਹੈ, ਜੋ ਅਕਾਲ ਪੁਰਖ ਦਾ ਸੱਚ ਦਾ ਸੁਨੇਹਾ ਸਾਰੇ ਸੰਸਾਰ ਵਿੱਚ ਦੇ ਰਿਹਾ ਹੈ। ਪੈਦਲ ਚੱਲ ਕੇ ਉਹ ਕਿਸੇ ਥਾਂ 'ਤੇ ਟਿਕਿਆ ਹੋਇਆ ਨਹੀਂ ਹੈ ਕਿ ਮੈਂ ਉਸ ਨੂੰ ਲੱਭ ਕੇ ਇੱਥੇ ਆਉਣ ਦੀ ਬੇਨਤੀ ਕਰ ਸਕਾਂ। ਤੁਸੀਂ ਇੱਕ ਧਰਮਸ਼ਾਲਾ ਬਣਾਓ ਅਤੇ ਇਸੀ ਜਗ੍ਹਾ ਗੁਰੂ ਜੀ ਦੀ ਬਾਣੀ ਦਾ ਅਭਿਆਸ ਕਰੋ, ਤਾਂ ਜੋ ਮੈਨੂੰ ਕੰਠ ਹੈ ਮੈਂ ਆਪ ਨੂੰ ਵੀ ਕੰਠ ਕਰਵਾ ਦਿੰਦਾ ਹਾਂ, ਅਤੇ ਤੁਸੀਂ ਸ਼ਰਧਾ ਨਾਲ ਅਭਿਆਸ ਕਰੋਗੇ ਤਾਂ ਮੇਰਾ ਗੁਰੂ ਖੁਦ ਹੀ ਇੱਥੇ ਆਪ ਨੂੰ ਆ ਕੇ ਮਿਲੇਗਾ। ਰਾਜਾ ਸ਼ਿਵਨਾਭ ਨੇ ਧਰਮਸ਼ਾਲਾ ਬਣਾ ਲਈ ਅਤੇ ਗੁਰੂ ਨਾਨਕ ਦੀ ਬਾਣੀ ਜੋ ਭਾਈ ਮਨਸੁਖ ਪਾਸੋਂ ਲਿਖ ਲਈ ਸੀ, ਬੜੀ ਸ਼ਰਧਾ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇੱਕ ਬਾਗ ਵਿੱਚ 12 ਦਰੀ ਸਵਾਰ ਕੇ ਰੱਖ ਲਈ ਅਤੇ ਹਰ ਤਰ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਸੇਵਾਦਾਰ ਮੁਕਰਰ ਕਰ ਦਿੱਤਾ। ਜੋ ਵੀ ਸਾਧੂ ਮਹਾਤਮਾ ਆਉਂਦਾ, ਗੁਰੂ ਨਾਨਕ ਜੀ ਦੇ ਭੁਲੇਖੇ ਉਸ ਨੂੰ ਬੜੀ ਸ਼ਰਧਾ ਨਾਲ ਨਮਸਕਾਰ ਕਰਦਾ ਸੀ ਅਤੇ ਬੜੇ ਆਦਰ ਮਾਣ ਨਾਲ ਉਸ ਦੀ ਸੇਵਾ ਸੰਭਾਲ ਕਰਾਉਂਦਾ ਸੀ। ਮਗਰ ਉਹ ਸਾਰੇ ਪਖੰਡੀ ਸਾਬਤ ਹੁੰਦੇ ਗਏ, ਜੋ ਕਈ ਚੋਜ ਤਮਾਸ਼ਿਆਂ ਵਿੱਚ ਫਸ ਜਾਂਦੇ ਅਤੇ ਭੱਜ ਜਾਂਦੇ। ਰਾਜਾ ਬੜਾ ਪਰੇਸ਼ਾਨ ਅਤੇ ਸ਼ਰਮਿੰਦਾ ਹੋ ਜਾਂਦਾ। ਆਖਰ ਉਸਨੇ ਆਪਣੇ ਸੇਵਾਦਾਰਾਂ ਦੀ ਡਿਊਟੀ ਲਗਾ ਦਿੱਤੀ ਕਿ ਖੁਦ ਹੀ ਇਹਨਾਂ ਸਾਧੂਆਂ ਦੀ ਦੇਖਭਾਲ ਕਰਕੇ, ਉਹਨਾਂ ਦੀ ਚੋਜ ਤਮਾਸ਼ੇ ਕਰਕੇ, ਉਹਨਾਂ ਦੀ ਪ੍ਰੀਖਿਆ ਕਰਕੇ ਰਾਜੇ ਨੂੰ ਰਿਪੋਰਟ ਕਰਨਾ। ਨਤੀਜਾ ਇਹ ਹੋਇਆ ਕਿ ਸਭ ਪਖੰਡੀ ਸਾਧੂ ਆਉਣੋਂ ਬੰਦ ਹੋ ਗਏ ਅਤੇ ਬਾਗ ਵੀਰਾਨ ਹੋ ਗਿਆ ਅਤੇ ਸੁੱਕ ਗਿਆ। ਕਾਫੀ ਅਰਸਾ ਪਿੱਛੋਂ ਉਸੇ ਬਾਗ ਵਿੱਚ 3 ਅਤਿਥੀ ਸਾਧੂ ਆਏ। ਇਹ ਗੁਰੂ ਨਾਨਕ ਦੇਵ ਜੀ, ਸਾਧੋ ਜੱਟ ਅਤੇ ਸੀਹਾ ਲੋਹਾਰ ਸਨ। ਉਹਨਾਂ ਕੋਲ ਰਾਜਾ ਦੇ ਸੇਵਾਦਾਰ ਨੇ ਬੜੇ ਆਬ-ਨਬ ਕੀਤੇ, ਮਗਰ ਉਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ ਅਤੇ ਕਿਸੇ ਨਾਲ 10 ਦਿਨ ਕੋਈ ਗੱਲਬਾਤ ਨਾ ਕੀਤੀ। ਉਹ ਸੇਵਾਦਾਰ ਇਹ ਵੇਖ ਕੇ ਵੀ ਹੈਰਾਨ ਹੋ ਗਏ ਕਿ ਬਾਗ ਵੀ ਹਰਿਆ ਹੋਣ ਲੱਗ ਗਿਆ। ਆਖਰ ਉਹਨਾਂ ਨੇ ਸਾਰੀ ਰਿਪੋਰਟ ਰਾਜੇ ਨੂੰ ਦਿੱਤੀ ਅਤੇ ਰਾਜਾ ਸਾਰੀਆਂ ਰਿਪੋਰਟਾਂ ਸੁਣ ਕੇ ਬੜਾ ਖੁਸ਼ ਹੋ ਗਿਆ ਅਤੇ ਆਪਣੇ ਮੁਸਾਹਿਬ ਨਾਲ ਤੋਹਫੇ ਲੈ ਕੇ ਖੁਦ ਹਾਜ਼ਰ ਹੋ ਗਿਆ
ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਰਾਜਾ ਸ਼ਿਵਨਾਭ ਸ਼ੈਵ ਮਤ ਦਾ ਚੰਗਾ ਵਿਦਵਾਨ ਸੀ। ਉਸਨੇ ਬੜੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਨੇ ਬੜੇ ਵਿਸਥਾਰਪੂਰਵਕ ਉੱਤਰ ਦਿੱਤੇ। ਇਸ ਵਾਰਤਾਲਾਪ ਦੀ ਇੱਕ ਪੁਸਤਕ ਬਣ ਗਈ, ਜਿਸ ਦਾ ਨਾਮ ਪੁਰਾਣ ਸੰਗਲੀ ਕਰਕੇ ਆਇਆ, ਅਤੇ ਇਹ ਵਾਰਤਾਲਾਪ ਭਾਈ ਸਾਧੂ ਅਤੇ ਭਾਈ ਸ਼ੀਹਾ ਨੇ ਲਿਖੀ ਸੀ। ਆਖਿਰ ਰਾਜਾ ਸ਼ਿਵਨਾਭ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ ਅਤੇ ਰਾਜਾ ਸ਼ਿਵਨਾਭ ਨੂੰ ਚਰਨ ਪੋਹਲ ਦੇਣ ਦਾ ਸਾਧੂ ਜੀ ਨੂੰ ਹੁਕਮ ਕੀਤਾ। ਸਾਧੂ ਜੀ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਰਾਜਾ ਸ਼ਿਵਨਾਭ ਨੂੰ ਆਪਣੀ ਚਰਨ ਪੋਹਲ ਦੇ ਦਿੱਤੀ ਅਤੇ ਰਾਜਾ ਨੇ ਸਿੱਖੀ ਧਾਰਨ ਕੀਤੀ। ਇੱਥੇ ਇਹ ਗੱਲ ਨੋਟ ਕਰਨੀ ਬਣਦੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਨਵੇਂ ਸਿੱਖ ਨੂੰ ਗੁਰਸਿੱਖੀ ਵਿੱਚ ਲਿਆਉਣ ਸਮੇਂ ਚਰਨ ਪੋਹਲ ਦਿੱਤੀ ਜਾਂਦੀ ਸੀ। ਗੁਰੂ ਸਾਹਿਬਾਨ ਆਪਣੇ ਸੱਜੇ ਪੈਰ ਦੇ ਅੰਗੂਠੇ ਨੂੰ ਪਾਣੀ ਨਾਲ ਧੋ ਕੇ ਨਵੇਂ ਸਿੱਖ ਨੂੰ ਚਰਨਾਮਤ ਦਿੰਦੇ ਸਨ ਅਤੇ ਉਹਨਾਂ ਨੂੰ ਸਿੱਖੀ ਦੀ ਰਹਿਤ ਮਰਿਆਦਾ ਦੱਸ ਕੇ ਸਿੱਖ ਸਾਜ ਦਿੰਦੇ ਸਨ। ਇਹ ਮਰਿਆਦਾ ਨੌਵੇਂ ਪਾਤਸ਼ਾਹ ਜੀ ਤੱਕ ਰਹੀ। ਗੁਰੂ ਗੋਬਿੰਦ ਸਾਹਿਬ ਜੀ ਨੇ ਇਹ ਮਰਿਆਦਾ ਨੂੰ ਬਦਲ ਕੇ ਖੰਡੇ ਦੀ ਪੋਹਲ ਸ਼ੁਰੂ ਕੀਤੀ, ਜੋ ਹੁਣ ਪ੍ਰਚਲਿਤ ਹੈ। ਮਗਰ ਰਾਜਾ ਸ਼ਿਵਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਧੂ ਜੀ ਪਾਸੋਂ ਚਰਨ ਪੋਹਲ ਆਪਣੀ ਪਹਿਲੀ ਮਰਿਆਦਾ ਅਨੁਸਾਰ ਦਵਾਈ ਸੀ। ਇਸੇ ਤਰ੍ਹਾਂ ਕੌਡਾ ਰਾਕਸ਼ ਨੂੰ ਸ਼ੀਹਾ ਲੋਹਾਰ ਰਾਹੀਂ ਚਰਨ ਪੋਹਲ ਗੁਰੂ ਨਾਨਕ ਦੇਵ ਜੀ ਦੇ ਦਵਾਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੇ ਪੱਕਾ ਡੇਰਾ ਕਰਤਾਰਪੁਰ ਲਗਾ ਲਿਆ ਤਾਂ ਸਾਧੂ ਜੀ ਨੇ ਵੀ ਉਹਨਾਂ ਦੇ ਚਰਨਾਂ ਵਿੱਚ ਕਰਤਾਰਪੁਰ ਹੀ ਪੱਕਾ ਡੇਰਾ ਲਗਾ ਲਿੱਤਾ ਅਤੇ ਪਿੰਡ ਭੋਲੇ ਕੇ ਆਉਣਾ ਜਾਣਾ ਤਕਰੀਬਨ ਬੰਦ ਹੀ ਕਰ ਦਿੱਤਾ। ਕਰਤਾਰਪੁਰ ਤੋਂ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸੁਬਹ ਪਹਿਰ ਦੇ ਤੜਕੇ ਰਾਵੀ ਦਰਿਆ ਉੱਤੇ ਇਸ਼ਨਾਨ ਕਰਿਆ ਕਰਦੇ ਸਨ। ਸਾਧੂ ਜੀ ਦਾ ਪਿਛੋਕੜ ਚੂੰਕਿ ਰਿੱਧੀਆਂ ਸਿੱਧੀਆਂ ਵਾਲਾ ਸੀ, ਉਹਨਾਂ ਨੂੰ ਸ਼ੱਕ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਰਾਵੀ ਦਰਿਆ ਉੱਤੇ ਸ਼ਾਇਦ ਖਵਾਜਾ ਖਿਜਰ, ਜਿਸ ਨੂੰ ਮੁਸਲਮਾਨ ਪਾਣੀ ਦਾ ਫਰਿਸ਼ਤਾ ਸਮਝ ਕੇ ਪੂਜਦੇ ਹਨ, ਨੂੰ ਸਿੱਧ ਕਰਨ ਲਈ ਉਸ ਦੀ ਪੂਜਾ ਕਰਨ ਲਈ ਦਰਿਆ ਉੱਤੇ ਜਾਂਦੇ ਹਨ। ਸਾਧੂ ਨੇ ਸੋਚਿਆ ਕਿ ਉਹ ਖੁਦ ਕਿਉਂ ਨਾ ਖਵਾਜਾ ਖਿਜਰ ਨੂੰ ਆਪ ਵੀ ਸਿੱਧ ਕਰ ਲੈ। ਇਹ ਇਰਾਦਾ ਕਰਕੇ ਸਾਧੂ ਅੱਧੀ ਰਾਤ ਨੂੰ ਹੀ ਉੱਠ ਕੇ ਰਾਵੀ ਦਰਿਆ ਉੱਤੇ ਜਾਣ ਲੱਗ ਗਿਆ ਅਤੇ ਦਰਿਆ ਉੱਤੇ ਹੀ ਇਸ਼ਨਾਨ ਕਰਕੇ ਖਵਾਜਾ ਖਿਜਰ ਦੀ ਪੂਜਾ ਸ਼ੁਰੂ ਕਰ ਦਿੱਤੀ ਅਤੇ ਪੂਜਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਿਆ ਉੱਪਰ ਜਾਣ ਤੋਂ ਪਹਿਲਾਂ ਹੀ ਵਾਪਸ ਆ ਜਾਇਆ ਕਰੇ। ਇਹ ਸਿਲਸਿਲਾ ਕਾਫੀ ਦੇਰ ਜਾਰੀ ਰਿਹਾ। ਇੱਕ ਦਿਨ ਐਸਾ ਹੋਇਆ ਕਿ ਸਾਧੂ ਦਰਿਆ ਰਾਵੀ ਉੱਤੇ ਜਾ ਰਿਹਾ ਸੀ ਕਿ ਉਸ ਨੂੰ ਇੱਕ ਸ਼ਖਸ ਰਾਵੀ ਤੋਂ ਇਸ਼ਨਾਨ ਕਰਕੇ ਵਾਪਸ ਆਉਂਦਾ ਮਿਲਿਆ, ਜਿਸ ਦੇ ਹੱਥ ਵਿੱਚ ਇੱਕ ਮੱਛੀ ਫੜੀ ਹੋਈ ਸੀ। ਸਾਧੂ ਨੇ ਉਸ ਨੂੰ ਰੋਕ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ। ਉਸਨੇ ਉੱਤਰ ਦਿੱਤਾ ਕਿ ਮੈਂ ਖਵਾਜਾ ਖਿਜਰ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਕਰਤਾਰਪੁਰ ਜਾ ਰਿਹਾ ਹਾਂ। ਇਹ ਸੁਣ ਕੇ ਸਾਧੂ ਬੜਾ ਹੈਰਾਨ ਹੋਇਆ ਅਤੇ ਕਿਹਾ ਕਿ ਇਹ ਮੁਆਮਲਾ ਹੈ, ਖਵਾਜਾ ਖਿਜਰ ਹੋ ਕੇ ਗੁਰੂ ਨਾਨਕ ਦੀ ਪੂਜਾ ਅਤੇ ਸੇਵਾ ਕਿਉਂ ਕਰਦੇ ਹੋ? ਤਾਂ ਉਸਨੇ ਉੱਤਰ ਦਿੱਤਾ ਕਿ ਮੈਂ ਜਲ ਰੂਪ ਹਾਂ, ਗੁਰੂ ਨਾਨਕ ਪਵਨ ਰੂਪ ਹੈ। ਮੈਂ ਇਸ ਦੀ ਆਸ਼ੀਰਵਾਦ ਨਾਲ 10 ਜਾਮੇ ਧਾਰ ਚੁੱਕਾ ਹਾਂ ਅਤੇ ਇਹ ਤਾਂ ਖੁਦ ਹੁਣ ਸੰਸਾਰ ਵਿੱਚ ਆ ਗਿਆ ਹੈ। ਮੇਰੇ ਧੰਨ ਭਾਗ ਹਨ ਜੋ ਇਸ ਦੀ ਸੇਵਾ ਦਾ ਮੌਕਾ ਮਿਲਿਆ ਹੈ। ਇਹ ਸੁਣ ਕੇ ਸਾਧੂ ਬੜਾ ਹੈਰਾਨ ਹੋਇਆ ਅਤੇ ਪਰੇਸ਼ਾਨ ਹੋ ਗਿਆ ਕਿ ਮੈਂ ਆਪਣੇ ਆਪ ਨੂੰ ਬੜਾ ਚਤਰ ਅਤੇ ਸਿਆਣਾ ਸਮਝਦਾ ਸੀ। ਕਿੱਡੇ ਅਫਸੋਸ ਦੀ ਗੱਲ ਹੈ ਕਿ ਮੈਂ ਨਾਨਕ ਜੀ ਨੂੰ ਸਮਝ ਹੀ ਨਹੀਂ ਸਕਿਆ। ਇਹ ਸੋਚ ਕੇ ਉੱਥੇ ਹੀ ਦਰਬ ਗਿਆ ਅਤੇ ਬੜਾ ਵਿਰਲਾਪ ਕੀਤਾ ਅਤੇ ਸ਼ਰਮਸਾਰ ਹੋ ਕੇ ਉੱਥੇ ਹੀ ਵਾਪਸ ਮੁੜ ਪਿਆ ਅਤੇ ਡੇਰੇ ਉੱਤੇ ਵਾਪਸ ਆ ਕੇ ਉਸ ਅਸਥਾਨ ਦੀ ਬੜੀ ਰੀਝ ਅਤੇ ਸ਼ਰਧਾ ਨਾਲ ਸੇਵਾ ਕੀਤੀ, ਜਿੱਥੇ ਗੁਰੂ ਨਾਨਕ ਸਾਹਿਬ ਬੈਠ ਕੇ ਸੰਗਤ ਕਰਦੇ ਹੁੰਦੇ ਸਨ। ਸਵੇਰੇ ਜਦੋਂ ਗੁਰੂ ਨਾਨਕ ਸਾਹਿਬ ਆਏ ਤਾਂ ਸਾਧੂ ਬਿਲਬਿਲਾ ਕੇ ਚਰਨਾਂ ਉੱਤੇ ਡਿੱਗ ਪਿਆ ਅਤੇ ਬੜੇ ਆਜਿਜ਼ ਹੋ ਕੇ ਖਿਮਾ ਦੀ ਜਾਚਨਾ ਕੀਤੀ ਅਤੇ ਕਿਹਾ ਕਿ ਪਾਤਸ਼ਾਹ, ਮੈਂ ਗੁਨਾਹਗਾਰ ਹਾਂ, ਮੈਂ ਆਪ ਜੀ ਦੀ ਮਿੱਤੀ ਨਾ ਸਮਝ ਸਕਿਆ, ਮੈਨੂੰ ਖਿਮਾ ਕਰੋ ਅਤੇ ਬਖਸ਼ ਕੇ ਆਪਣੇ ਚਰਨਾਂ ਵਿੱਚ ਜਗ੍ਹਾ ਦਿਓ। ਇਹ ਵਿਰਲਾਪ ਸੁਣ ਕੇ ਗੁਰੂ ਜੀ ਨੇ ਸਾਧੂ ਨੂੰ ਗਲ ਨਾਲ ਲਗਾ ਲਿਆ ਅਤੇ ਕਿਹਾ ਕਿ ਸਾਧੂ, ਤੂੰ ਨਿਹਾਲ ਹੋ ਗਿਆ ਹੈ, ਬੋਲੋ ਵਾਹਿਗੁਰੂ ਅਤੇ ਵਾਹਿਗੁਰੂ ਦਾ ਜਾਪ ਕਰ।
ਇਸ ਤਰ੍ਹਾਂ ਸਾਧੂ ਨਿਹਾਲ ਹੋ ਗਿਆ ਅਤੇ ਗੁਰੂ ਨਾਨਕ ਜੀ ਦੀ ਤਨ ਮਨ ਨਾਲ ਸੇਵਾ ਕਰਨ ਲੱਗਾ। ਕਰਤਾਰਪੁਰ ਸਾਹਿਬ ਦੇ ਨਿਵਾਸ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਸਰਸਾ ਸ਼ਹਿਰ ਵਿੱਚ ਜੋਗੀਆਂ ਅਤੇ ਫਕੀਰਾਂ ਨੇ ਲੋਕਾਂ ਨੂੰ ਬੜਾ ਪਰੇਸ਼ਾਨ ਕਰ ਰੱਖਿਆ ਹੈ। ਇਹ ਲੋਕਾਂ ਨੂੰ ਪਿੱਛੇ ਲਗਾਉਣ ਲਈ 40 ਦਿਨ ਦਾ ਰੋਜ਼ਾ ਕਰਕੇ ਰਿੱਧੀਆਂ ਸਿੱਧੀਆਂ ਹਾਸਲ ਕਰਦੇ ਹਨ ਅਤੇ ਫਿਰ ਲੋਕਾਂ ਦੀ ਲੁੱਟ ਖਸੁੱਟ ਕਰਕੇ ਉਹਨਾਂ ਨੂੰ ਬੜਾ ਪਰੇਸ਼ਾਨ ਕਰਦੇ ਹਨ। ਉੱਥੇ ਜਾ ਕੇ ਉਹਨਾਂ ਨੂੰ ਸੋਧ ਕੇ ਆਓ। ਅਕਾਲ ਪੁਰਖ ਦੇ ਹੁਕਮ ਤੇ ਗੁਰੂ ਨਾਨਕ ਦੇਵ ਜੀ ਸਰਸਾ ਦੀ ਫੇਰੀ ਉੱਤੇ ਉੱਥੇ ਗਏ ਅਤੇ ਉਹਨਾਂ ਨਾਲ 2 ਸਿੱਖ ਸਾਧੂ ਜੱਟ ਅਤੇ ਛੀਹਾ ਲੁਹਾਰ ਸਰਸਾ ਗਏ ਸਨ। ਜੋਗੀਆਂ ਫਕੀਰਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਆ ਕੇ ਚਰਚਾ ਸ਼ੁਰੂ ਕੀਤੀ। ਇਹ ਚਰਚਾ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ ਤਾਂ ਇੱਕ ਫਕੀਰ ਨੇ ਤਰਕ ਮਾਰੀ ਕਿ ਪੁਰਖਾ, ਗੱਲਾਂ ਬਾਤਾਂ ਵਿੱਚ ਅਸੀਂ ਤੇਰਾ ਮੁਕਾਬਲਾ ਨਹੀਂ ਕਰ ਸਕਦੇ। ਜੇ ਤੇਰੇ ਵਿੱਚ ਕੋਈ ਸ਼ਕਤੀ ਹੈ ਤਾਂ ਸਾਡੇ ਨਾਲ 40 ਦਿਨ ਦਾ ਰੋਜ਼ਾ ਰੱਖ, ਅਸੀਂ ਤੇਰੀ ਸ਼ਕਤੀ ਵੇਖਣਾ ਚਾਹੁੰਦੇ ਹਾਂ। ਇਸ ਗੱਲ ਨੇ ਗੁਰੂ ਨਾਨਕ ਰਾਜੀ ਹੋ ਗਏ ਅਤੇ ਇਸ ਗੱਲ ਤੇ ਗੁਰੂ ਨਾਨਕ ਸਾਹਿਬ ਰਾਜੀ ਹੋ ਗਏ ਅਤੇ 40 ਦਿਨ ਦਾ ਰੋਜ਼ਾ ਰੱਖਣਾ ਮੰਨ ਗਏ। ਇਹ ਵੇਖ ਕੇ ਸਾਧੂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ 40 ਦਿਨ ਭੁੱਖੇ ਮਰਨਾ ਚਾਹੁੰਦੇ ਹਨ ਤਾਂ ਮਰਨ ਦਿਓ। ਤੁਹਾਨੂੰ ਕੀ ਲੋੜ ਹੈ ਇਹਨਾਂ ਨਾਲ ਭੁੱਖ ਕੱਟਣ ਦੀ? ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਸਾਧੂ ਗੁਰੂ ਸਾਹਿਬ ਜੀ ਦਾ ਕਿਤਨਾ ਵਿਸ਼ਵਾਸ ਪਾਤਰ ਬਣ ਚੁੱਕਾ ਸੀ ਜੋ ਆਪਣੇ ਗੁਰੂ ਜੀ ਨੂੰ ਇਹ ਸਲਾਹ ਦੇ ਸਕੇ। ਖੈਰ, ਗੁਰੂ ਸਾਹਿਬ ਨੇ ਕਿਹਾ ਕਿ ਸਾਧੂ, ਸਾਨੂੰ ਅਕਾਲ ਪੁਰਖ ਦਾ ਹੁਕਮ ਹੈ ਕਿ ਇਹਨਾਂ ਨੂੰ ਇਸ ਚਿੱਕੜ 'ਚੋਂ ਕੱਢਿਆ ਜਾਵੇ ਅਤੇ ਜਦੋਂ ਕਿਸੇ ਨੂੰ ਚਿੱਕੜ ਵਿੱਚੋਂ ਕੱਢਣਾ ਹੋਵੇ ਤਾਂ ਚਿੱਕੜ ਵਿੱਚ ਵੜਨਾ ਹੀ ਪੈਂਦਾ ਹੈ। ਇਹ ਸੁਣ ਕੇ ਸਾਧੂ ਚੁੱਪ ਹੋ ਗਿਆ। ਉਹਨਾਂ ਜੋਗੀਆਂ ਫਕੀਰਾਂ ਨੇ ਚਾਲੀਹੇ ਦੀ ਤਿਆਰੀ ਕਰ ਲਈ ਅਤੇ ਇੱਕ ਗੁਫਾ ਗੁਰੂ ਨਾਨਕ ਸਾਹਿਬ ਨੂੰ ਵੀ ਦੇ ਦਿੱਤੀ। ਸਾਰਿਆਂ ਨੇ 40 ਛੰਨੇ ਪਾਣੀ ਦੇ ਅਤੇ 40 ਜੌਂ ਦੇ ਦਾਣੇ ਰੱਖ ਲਏ ਅਤੇ ਆਪਣੀ ਆਪਣੀ ਗੁਫਾ ਵਿੱਚ ਵੜ ਗਏ। ਗੁਰੂ ਜੀ ਵੀ 40 ਛੰਨੇ ਪਾਣੀ ਦੇ ਅਤੇ 40 ਛੰਨੇ ਦਾਣੇ ਜੌਂ ਦੇ ਰੱਖ ਕੇ ਆਪਣੀ ਗੁਫਾ ਵਿੱਚ ਵੜ ਗਏ। ਸਰਸਾ ਸ਼ਹਿਰ ਦੇ ਤਮਾਸ਼ਬੀਨ ਲੋਕ ਅਤੇ ਇਹ ਦੋਵੇਂ ਸਿੱਖ ਸਾਧੂ ਅਤੇ ਛੀਹਾ ਬਾਹਰ ਇੰਤਜ਼ਾਰ ਕਰਨ ਲਈ ਬੈਠ ਗਏ। 40 ਦਿਨ ਪੂਰੇ ਹੋਣ ਤੇ ਉੱਤੇ ਸਾਰੇ ਜੋਗੀ ਅਤੇ ਫਕੀਰ ਬਾਹਰ ਨਿਕਲੇ ਜੋ ਪੀਲੇ ਫਟਕ ਹੋਏ ਸਨ ਅਤੇ ਅਤ ਕਮਜ਼ੋਰ ਹੋ ਗਏ ਸਨ। ਮਗਰ ਜਦੋਂ ਗੁਰੂ ਨਾਨਕ ਜੀ ਬਾਹਰ ਆਏ ਤਾਂ ਪੂਰੇ ਤੰਦਰੁਸਤ ਸਨ ਅਤੇ ਹੱਸਦੇ ਹੱਸਦੇ ਬਾਹਰ ਆ ਗਏ। ਪਹਿਲੇ ਵਾਕ ਫਕੀਰ ਨੇ ਫਿਰ ਤਰਕ ਮਾਰੀ ਕਿ ਕਹਿਣ ਲੱਗਾ ਕਿ ਪੁਰਖਾ, ਕੁਝ ਛਕਦਾ ਰਿਹਾ ਹੈ, ਤੂੰ ਲਿੱਸਾ ਕਿਉਂ ਨਹੀਂ ਹੋਇਆ? ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੋਗੀਓ, ਤੁਸੀਂ ਭੁੱਖੇ ਰਹਿ ਕੇ ਆਪਣੇ ਸਰੀਰ ਗਾਲਦੇ ਹੋ ਅਤੇ ਫਿਰ 40 ਦਿਨਾਂ ਪਿੱਛੋਂ ਲੋਕਾਂ ਪਾਸੋਂ ਚੰਗੇ ਪਦਾਰਥ ਛਕਦੇ ਹੋ ਅਤੇ ਸਰੀਰਾਂ ਨੂੰ ਫਿਰ ਪਾਲ ਲੈਂਦੇ ਹੋ। ਮੈਂ ਤਾਂ ਨਾਮ ਦਾ ਰਸ ਛਕਦਾ ਹਾਂ। ਮੈਂ ਤੁਹਾਡੇ ਦਾਣੇ ਜੌਂ ਅਤੇ ਪਾਣੀ ਵੀ ਨਹੀਂ ਛਕਿਆ। ਇਹ ਵਾਪਸ ਲੈ ਲਓ। ਦੁਨੀਆ ਹੈਰਾਨ ਹੋ ਗਈ ਅਤੇ ਸਾਰੇ ਸਾਧੂ ਫਕੀਰ ਗੁਰੂ ਸਾਹਿਬ ਦੇ ਪੈਰੀਂ ਪੈ ਗਏ। ਸਾਧੂ ਜੀ ਗੁਰਬਾਣੀ ਦੇ ਲਿਖਾਰੀ ਵੀ ਹੋਏ ਹਨ। ਗੁਰੂ ਨਾਨਕ ਦੇਵ ਜੀ ਜੋ ਮਾਝ ਰਾਗ ਵਿੱਚ ਮਾਝ ਕੀ ਵਾਰ ਉਚਾਰੀ ਸੀ, ਉਹ ਸਾਧੂ ਜੀ ਨੇ ਲਿਖੀ ਸੀ ਅਤੇ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਸਾਧੂ ਜੀ ਪਾਸੋਂ ਲਈ ਸੀ। ਇਸੇ ਤਰ੍ਹਾਂ ਗੋਰਖ ਅਤੇ ਮਛੰਦਰ ਨਾਲ ਜੋ ਗੁਰੂ ਨਾਨਕ ਦੇਵ ਜੀ ਦੀ ਗੋਸ਼ਟ ਹੋਈ ਸੀ, ਉਹ ਵੀ ਸਾਧੂ ਜੀ ਨੇ ਲਿਖੀ, ਜਿਸ ਦੇ 3 ਸ਼ਲੋਕ ਰਾਗ ਰਾਮਕਲੀ ਦੀ ਵਾਰ ਵਿੱਚ ਦਰਜ ਕੀਤੇ ਗਏ ਹਨ। ਇਹ ਦੋਨੋਂ ਗੁਰਬਾਣੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਾਈ ਗੁਰਦਾਸ ਜੀ ਦੀਆਂ 22 ਵਾਰਾਂ ਵਿੱਚ ਵੀ ਸਾਧੂ ਜੀ ਨੂੰ ਗੁਰਬਾਣੀ ਦੇ ਲਿਖਾਰੀਆਂ ਵਿੱਚ ਲਿਖਿਆ ਗਿਆ ਹੈ। ਸਾਧੂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਨਿਸ਼ਕਾਮ ਸੇਵਾ ਕੀਤੀ। ਗੁਰੂ ਸਾਹਿਬ ਨੇ ਜਦੋਂ ਗੁਰੂ ਗੱਦੀ ਦੀ ਸੇਵਾ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਲਗਾ ਕੇ ਗੁਰੂ ਅੰਗਦ ਕਰਕੇ ਉਹਨਾਂ ਨੂੰ ਦੇ ਦਿੱਤੀ ਅਤੇ ਉਹਨਾਂ ਨੂੰ ਖਡੂਰ ਸਾਹਿਬ ਡੇਰਾ ਲਗਾਉਣ ਦੀ ਆਗਿਆ ਕੀਤੀ ਅਤੇ
ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਆਸਣ ਲਗਾ ਲਿਆ ਤਾਂ ਸਾਧੂ ਜੀ ਅਤੇ ਬਾਬਾ ਬੁੱਢਾ ਜੀ ਵੀ ਉੱਥੇ ਚਲੇ ਗਏ ਅਤੇ ਦੂਸਰੇ ਗੁਰੂ ਜੀ ਦੀ ਉੱਥੇ ਸੇਵਾ ਕਰਦੇ ਰਹੇ। ਪਿੰਡ ਭੋਲੇ ਕੇ ਨਹੀਂ ਆਏ। ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੀ ਸੇਵਾ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਅਤੇ ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਆਸਣ ਜਮਾ ਲਿਆ, ਤਾਂ ਸਾਧੂ ਜੀ ਅਤੇ ਬਾਬਾ ਬੁੱਢਾ ਜੀ ਨੇ ਗੋਇੰਦਵਾਲ ਰਹਿ ਕੇ ਤੀਸਰੇ ਗੁਰੂ ਜੀ ਦੀ ਸੇਵਾ ਉੱਥੇ ਸ਼ੁਰੂ ਕਰ ਲਈ। ਗੁਰੂ ਅੰਗਦ ਦੇਵ ਜੀ ਦੇ ਬੇਟੇ ਸ਼੍ਰੀ ਦਾਤੂ ਨੇ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਦਾ ਸਤਸੰਗ ਵਿੱਚ ਨਿਰਾਦਰ ਕੀਤਾ ਅਤੇ ਸਿੰਘਾਸਣ ਤੋਂ ਲੱਤਾਂ ਮਾਰ ਕੇ ਡੇਗ ਦਿੱਤਾ ਤਾਂ ਗੁਰੂ ਸਾਹਿਬ ਰਾਤ ਸਮੇਂ ਚੁੱਪ ਚੁਪੀਤੇ ਹੀ ਅਲੋਪ ਹੋ ਗਏ ਅਤੇ ਆਪਣੇ ਪਿੰਡ ਬਾਸਰ ਕੇ ਚਲੇ ਗਏ। ਉੱਥੇ ਪਿੰਡੋਂ ਬਾਰ-ਬਾਰ ਇੱਕ ਕੋਠੇ ਨੂੰ ਸਾਫ਼ ਕਰਵਾ ਕੇ ਸਮਾਧੀ ਲਗਾ ਲਈ ਅਤੇ ਦਰਵਾਜ਼ੇ ਉੱਪਰ ਲਿਖ ਦਿੱਤਾ ਕਿ ਕੋਈ ਸਿੱਖ ਇਸ ਦਰਵਾਜ਼ੇ ਨੂੰ ਨਹੀਂ ਖੋਲ੍ਹੇਗਾ ਅਤੇ ਜੇ ਕੋਈ ਅਵੱਗਿਆ ਕਰੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਅਤੇ ਅਸੀਂ ਉਸ ਦੇ ਗੁਰੂ ਨਹੀਂ ਬਣਾਂਗੇ। ਉੱਧਰ ਜਦੋਂ ਸੰਗਤ ਨੇ ਗੁਰੂ ਸਾਹਿਬ ਨੂੰ ਅਲੋਪ ਵੇਖਿਆ ਤਾਂ ਭਗਦੜ ਪੈ ਗਈ। ਬੜੀ ਤਲਾਸ਼ ਕੀਤੀ ਮਗਰ ਗੁਰੂ ਸਾਹਿਬ ਨਹੀਂ ਲੱਭੇ। ਆਖਿਰਕਾਰ ਸੰਗਤ ਨੇ ਬਾਬਾ ਬੁੱਢਾ ਜੀ ਅਤੇ ਸਾਧੂ ਜੀ ਤੋਂ ਪੁੱਛ-ਗਿੱਛ ਕੀਤੀ ਤਾਂ ਉਹਨਾਂ ਨੇ ਵੀ ਕੋਈ ਉੱਤਰ ਨਾ ਦਿੱਤਾ। ਫਿਰ ਸੰਗਤ ਬਾਬਾ ਬੁੱਢਾ ਜੀ ਦੇ ਖਹਿੜੇ ਪੈ ਗਈ ਕਿ ਤੁਹਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਦਿੱਤਾ ਹੋਇਆ ਹੈ ਕਿ ਪੁਰਖਾ ਮੈਂ ਤੇਥੋਂ ਕਦੇ ਓਹਲੇ ਨਾ ਹੋ ਸਾਂ। ਬਾਬਾ ਜੀ ਤੁਸੀਂ ਲੱਭ ਕੇ ਦਿਓ ਕਿ ਗੁਰੂ ਜੀ ਕਿੱਥੇ ਹਨ। ਬਾਬਾ ਬੁੱਢਾ ਜੀ ਮੈਂ ਨਹੀਂ ਵਰਤਣਾ ਚਾਹੁੰਦੇ ਸਨ ਕਿ ਮੈਂ ਹੀ ਸੰਗਤ ਨੂੰ ਗੁਰੂ ਜੀ ਨੂੰ ਲੱਭ ਕੇ ਦੇਵਾਂ, ਤਾਂ ਮੇਰੇ ਵਿੱਚ ਮੈਂ ਆਉਂਦੀ ਹੈ। ਇਸ ਲਈ ਉਹਨਾਂ ਨੇ ਬਚਨ ਕੀਤਾ ਕਿ ਭਾਈ ਸਿੱਖੋ, ਗੁਰੂ ਜੀ ਦੀ ਸਵਾਰੀ ਘੋੜੀ ਲਿਆਓ, ਆਪਾਂ ਉਸ ਨੂੰ ਬੇਨਤੀ ਕਰਾਂਗੇ ਜੋ ਉਹੀ ਆਪਣੇ ਮਾਲਕ ਨੂੰ ਲੱਭ ਕੇ ਦੇਵੇ। ਐਸਾ ਹੀ ਕੀਤਾ ਗਿਆ। ਘੋੜੀ ਨੂੰ ਤਿਆਰ ਕਰਕੇ ਕਾਠੀ ਆਦਿ ਪਾ ਕੇ ਲਿਆਏ। ਬਾਬਾ ਬੁੱਢਾ ਜੀ ਨੇ ਘੋੜੀ ਦੇ ਸਾਹਮਣੇ ਖਲੋ ਕੇ ਗੁਰੂ ਨਾਨਕ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਅਰਦਾਸ ਕੀਤੀ ਕਿ ਗੁਰੂ ਜੀ ਦਰਸ਼ਨ ਦਿਓ। ਫਿਰ ਘੋੜੀ ਨੂੰ ਖੁੱਲ੍ਹਾ ਛੱਡ ਦਿੱਤਾ। ਘੋੜੀ ਅੱਗੇ-ਅੱਗੇ ਤੁਰ ਪਈ ਅਤੇ ਸੰਗਤ ਪਿੱਛੇ-ਪਿੱਛੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਪਿੰਡ ਬਾਸਰ ਕੇ ਪੁੱਜੇ ਅਤੇ ਘੋੜੀ ਉਸ ਦਰਵਾਜ਼ੇ ਅੱਗੇ ਜਾ ਕੇ ਖੜੋ ਗਈ ਜਿੱਥੇ ਲਿਖਿਆ ਹੋਇਆ ਸੀ ਕਿ ਕੋਈ ਸਿੱਖ ਦਰਵਾਜ਼ਾ ਨਹੀਂ ਖੋਲ੍ਹੇਗਾ। ਇਹ ਕੌਤਕ ਵੇਖ ਕੇ ਸੰਗਤ ਬੜੀ ਹੈਰਾਨ ਅਤੇ ਚਿੰਤਤ ਹੋਈ ਕਿ ਹੁਣ ਕੀ ਕੀਤਾ ਜਾਵੇ। ਸੰਗਤ ਨੇ ਫਿਰ ਬਾਬਾ ਬੁੱਢਾ ਜੀ ਉੱਤੇ ਦਬਾਅ ਪਾਇਆ ਕਿ ਇਸ ਦਾ ਵੀ ਕੋਈ ਹੱਲ ਕਰੋ। ਬਾਬਾ ਜੀ ਨੇ ਸਾਧੂ ਜੀ ਨਾਲ ਸਲਾਹ ਕੀਤੀ ਤਾਂ ਸਾਧੂ ਜੀ ਨੇ ਕਿਹਾ ਆਪਾਂ ਜੱਟ ਵਿੱਦਿਆ ਵਰਤੀਏ ਅਤੇ ਕੋਠੇ ਦੇ ਪਿੱਛੋਂ ਸੰਨ ਲਗਾ ਲਈਏ। ਪਰ ਬਾਬਾ ਬੁੱਢਾ ਜੀ ਸੰਨ ਥਾਣੀ ਤੁਸੀਂ ਪਹਿਲਾਂ ਅੰਦਰ ਜਾਵੋਗੇ। ਬਾਬਾ ਬੁੱਢਾ ਜੀ ਬੜੇ ਖੁਸ਼ ਹੋਏ ਅਤੇ ਕਿਹਾ ਕਿ ਠੀਕ ਹੈ, ਮੈਂ ਪਹਿਲਾਂ ਅੰਦਰ ਜਾਵਾਂਗਾ। ਇਸ ਫੈਸਲੇ ਅਨੁਸਾਰ ਸੰਨ ਬਾਬਾ ਬੁੱਢਾ ਜੀ ਦੇ ਨਾਲ ਸਾਧੂ ਨੇ ਰਲ ਕੇ ਲਗਾਈ। ਪਹਿਲਾਂ ਬਾਬਾ ਬੁੱਢਾ ਜੀ ਸੰਨ ਰਾਹੀਂ ਕਮਰੇ ਦੇ ਅੰਦਰ ਗਏ ਜਿੱਥੇ ਗੁਰੂ ਅਮਰਦਾਸ ਜੀ ਸਮਾਧੀ ਲਗਾ ਕੇ ਬੈਠੇ ਪਏ ਸਨ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਮਹਾਰਾਜ ਕੋਈ ਬਚਨ ਨਾ ਛੱਡਿਓ, ਅਸੀਂ ਤੁਹਾਡਾ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਤੁਹਾਡੇ ਹੁਕਮ ਨੂੰ ਨਹੀਂ ਤੋੜਿਆ। ਗੁਰੂ ਸਾਹਿਬ ਨੇ ਹੱਸ ਕੇ ਪੁੱਛਿਆ ਕਿ ਅੰਦਰ ਫਿਰ ਕਿਵੇਂ ਆਏ ਹੋ। ਬਾਬਾ ਜੀ ਨੇ ਸੰਨ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਪਣੇ ਪਿੱਛੇ ਵੇਖੋ। ਗੁਰੂ ਸਾਹਿਬ ਨੇ ਸੰਨ ਲੱਗੀ ਵੇਖੀ ਤੇ ਪੁੱਛਿਆ ਕਿ ਇਹ ਸੰਨ ਕਿਸ ਨੇ ਲਗਾਈ ਹੈ, ਤਾਂ ਬਾਬਾ ਬੁੱਢਾ ਜੀ ਨੇ ਕਿਹਾ ਸਾਧੂ ਨੇ ਸੰਨ ਲਗਾਈ ਹੈ। ਇਸ ਦੇ ਨਾਲ ਹੀ ਸਾਧੂ ਜੀ ਨੇ ਗੁਰੂ ਸਾਹਿਬ ਨੂੰ ਬੜੇ ਸਤਿਕਾਰ ਸਹਿਤ ਮੱਥਾ ਟੇਕ ਦਿੱਤਾ ਤਾਂ ਸਤਿਗੁਰੂ ਜੀ ਨੇ ਸਾਧੂ ਨੂੰ ਥਾਪੜਾ ਦਿੱਤਾ ਅਤੇ ਕਿਹਾ ਸਾਧੂ ਨਿਹਾਲ, ਸਾਧੂ ਨਿਹਾਲ, ਸਾਧੂ ਨਿਹਾਲ। ਇਸ ਤਰ੍ਹਾਂ ਸਾਧੂ ਨੂੰ ਹੋਰ ਨਿਹਾਲ ਕਰ ਦਿੱਤਾ। ਇਸ ਤੋਂ ਪਿੱਛੋਂ ਜਦੋਂ ਸਤਿਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਬਖਸ਼ੀਆਂ ਤਾਂ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਸਾਧੂ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਨਿਹਾਲ ਕੀਤਾ ਹੋਇਆ ਹੈ ਅਤੇ ਮੰਜੀ ਬਖਸ਼ੀ ਹੋਈ ਹੈ, ਮਗਰ ਇਹ ਆਪਣੇ ਪਿੰਡ ਭੋਲੇ ਕੇ ਨਹੀਂ ਜਾਂਦੇ।
ਇਹਨਾਂ ਨੂੰ ਉੱਥੇ ਜਾ ਕੇ ਮੰਜੀ ਉੱਤੇ ਬਿਠਾ ਕੇ ਆਓ। ਇਸ ਹੁਕਮ ਦੀ ਤਾਲੀਮ ਵਿੱਚ ਬਾਬਾ ਬੁੱਢਾ ਜੀ ਸਾਧੂ ਜੀ ਨੂੰ ਭੋਲੇ ਕੇ ਲੈ ਕੇ ਆਏ ਅਤੇ ਇੱਥੇ ਉਹਨਾਂ ਨੂੰ ਮੰਜੀ ਉੱਤੇ ਬਿਠਾਉਣ ਦੀ ਰਸਮ ਪੂਰੀ ਕੀਤੀ। ਇਸ ਜਗ੍ਹਾ ਉੱਤੇ ਹੁਣ ਇਸ ਅਸਥਾਨ ਦੀ ਸੇਵਾ ਕੀਤੀ ਗਈ ਹੈ, ਜੋ ਅਜੇ ਚੱਲ ਰਹੀ ਹੈ। ਇਸ ਅਸਥਾਨ ਨੂੰ ਰੋੜਾਂ ਵਾਲਾ ਅਸਥਾਨ ਕਰਕੇ ਜਾਣਿਆ ਜਾਂਦਾ ਹੈ ਅਤੇ ਬਾਬਾ ਬੁੱਢਾ ਜੀ ਨੇ ਪ੍ਰਸੰਨ ਹੋ ਕੇ ਸਾਧੂ ਨੂੰ ਸਾਹਿਬਜ਼ਾਦਾ ਕਹਿ ਕੇ ਨਿਵਾਜਿਆ ਸੀ। ਉਪਰੋਕਤ ਸਮਾਗਮ ਵਿੱਚ ਗੁਰੂ ਕਾ ਲੰਗਰ ਚਲਾਉਣ ਦੀ ਆਗਿਆ ਕੀਤੀ ਗਈ ਤਾਂ ਪਿੰਡ ਭੋਲੇਕੇ ਦੇ ਇਹ ਨੌਜਵਾਨ ਭਾਈ ਖਜ਼ਾਨਾ ਨੇ ਲੰਗਰ ਦੀ ਸੇਵਾ ਦਾ ਬੀੜਾ ਚੁੱਕਿਆ ਸੀ ਕਿ ਇਹ ਲੰਗਰ ਦੀ ਸੇਵਾ ਮੈਂ ਕਰਾਂਗਾ ਅਤੇ ਅੱਗੋਂ ਮੇਰੀ ਔਲਾਦ ਕਰਿਆ ਕਰੇਗੀ। ਇਸ ਗੱਲ ਉੱਤੇ ਖੁਸ਼ ਹੋ ਕੇ ਬਾਬਾ ਸਾਧਾ ਨੇ ਖਜ਼ਾਨਾ ਨੂੰ ਗੁਰੂ ਦਾ ਖਜ਼ਾਨਾ ਹੋਣ ਦਾ ਵਰ ਦਿੱਤਾ ਅਤੇ ਉਸ ਨੂੰ ਅਗਜੀ ਖਾਲਸਾ, ਜੋ ਪਿੰਡ ਗਿੱਲਾਂਵਾਲੀ, ਪਨਵਾ ਅਤੇ ਮਲਿਕਵਾਲ ਦੇ ਵਿਚਕਾਰ ਖਾਲੀ ਪਈ ਹੋਈ ਸੀ, ਉਸ ਨੂੰ ਬਖਸ਼ ਦਿੱਤੀ ਅਤੇ ਕਿਹਾ, ਜਾ ਉੱਥੇ ਜਾ ਕੇ ਆਪਣੀ ਮੋਹੜੀ ਗੱਡ ਲੈ। ਇਸ ਉੱਪਰ ਭਾਈ ਖਜ਼ਾਨਾ ਨੇ ਉੱਥੇ ਆਪਣਾ ਕੋਟ ਵੱਲ ਲਿਆ, ਜਿੱਥੇ ਹੁਣ ਪਿੰਡ ਕੋਟ ਖਾਲਸਾ ਖਜ਼ਾਨਾ ਚੜ੍ਹਦੀ ਕਲਾ ਵਿੱਚ ਕਾਇਮ ਹੈ। ਜਦੋਂ ਭਾਈ ਖਜ਼ਾਨਾ ਸਾਹਿਬਜ਼ਾਦਾ ਜੀ ਦਾ ਹੁਕਮ ਮੰਨ ਕੇ ਉੱਥੇ ਚਲਾ ਗਿਆ ਤਾਂ ਕੁਝ ਚਿਰ ਪਿੱਛੋਂ ਆ ਕੇ ਸਾਹਿਬਜ਼ਾਦਾ ਜੀ ਨੂੰ ਕਿਹਾ ਕਿ ਮਹਾਰਾਜ, ਤੁਸੀਂ ਮੈਨੂੰ ਜਿੱਥੇ ਬਿਠਾਇਆ ਹੈ ਉਹ ਜਗ੍ਹਾ ਦੇ ਸਾਰੇ ਪਾਸੇ ਤਾਂ ਮੁਸਲਮਾਨਾਂ ਦੀ ਵਸੋਂ ਹੈ ਅਤੇ ਇਹ ਇਕੱਲਾ ਹੀ ਸਿੱਖ ਉੱਥੇ ਕਿਵੇਂ ਰਹਾਂਗਾ। ਤਾਂ ਸਾਹਿਬਜ਼ਾਦਾ ਜੀ ਨੇ ਬਚਨ ਕੀਤਾ ਕਿ ਖਜ਼ਾਨਿਆਂ ਨੂੰ ਗੁਰੂ ਦਾ ਖਜ਼ਾਨਾ ਹੋਇਆ ਹੈ, ਤੇਰੇ ਉੱਪਰ ਕੋਈ ਦਬਾਅ ਨਹੀਂ ਪਾ ਸਕੇਗਾ ਅਤੇ ਤੈਨੂੰ ਆਪਣੀ ਗਰਜ ਲਈ ਕਿਸੇ ਕੋਲ ਨਹੀਂ ਜਾਣਾ ਪਵੇਗਾ ਅਤੇ ਤੂੰ ਚੜ੍ਹਦੀ ਕਲਾ ਵਿੱਚ ਰਹੇਗਾ। ਜੋ ਅੱਜ ਕੋਟ ਖਜ਼ਾਨਾ ਨੇ 4 ਚੁਫੇਰੇ ਦੂਸਰੇ ਪਿੰਡਾਂ ਦੀ ਜ਼ਮੀਨ ਖਰੀਦ ਲਈ ਹੋਈ ਹੈ ਅਤੇ ਸੱਚੀ ਮੁੱਚੀ ਇਹ ਪਿੰਡ ਚੜ੍ਹਦੀ ਕਲਾ ਵਿੱਚ ਵਸ ਰਿਹਾ ਹੈ। ਸਾਦਾ ਜੀ ਦੀ ਇਹ ਮੰਜੀ ਅੱਜ ਤੱਕ ਚੜ੍ਹਦੀ ਕਲਾ ਵਿੱਚ ਕਾਇਮ ਹੈ ਅਤੇ ਪਿੰਡ ਭੋਲੇਕੇ ਦੀ ਸ਼ੋਭਾ ਵਧਾ ਰਹੀ ਹੈ। ਇੱਥੇ ਹਰ ਸਾਲ ਮਾਘੀ ਦੇ ਅਵਸਰ ਉੱਤੇ ਇੱਕ ਬੜਾ ਵੱਡਾ ਸਮਾਗਮ ਕੀਤਾ ਜਾਂਦਾ ਹੈ। 1 ਮਾਘ ਨੂੰ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ ਅਤੇ ਸਾਰਾ ਦਿਨ ਕਥਾ ਕੀਰਤਨ ਹੁੰਦਾ ਹੈ ਅਤੇ ਬਹੁਤ ਵੱਡਾ ਭੰਡਾਰਾ ਵਰਤਾਇਆ ਜਾਂਦਾ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਹਨ ਅਤੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਇੱਕ ਅਖੰਡ ਪਾਠ ਸਾਹਿਬ ਸਾਦਾ ਜੀ ਦੇ ਤਪ ਅਸਥਾਨ ਉੱਤੇ ਕੀਤਾ ਜਾਂਦਾ ਹੈ, ਜਿੱਥੇ ਸਾਧੂ ਜੀ ਨੇ ਰੋੜੇ ਦੇ ਫਰਸ਼ ਉੱਪਰ ਘੋਰ ਤਪ ਕੀਤਾ ਸੀ। ਉੱਥੇ ਮਹੀਨਾ ਅੱਸੂ ਦੀ ਸੰਗਰਾਂਦ ਉੱਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ ਅਤੇ ਸ਼ਾਮ ਨੂੰ ਕਬੱਡੀ ਦੇ ਮੈਚ ਕਰਾਏ ਜਾਂਦੇ ਹਨ ਤਾਂ ਕਿ ਨਿੱਕੀ ਪਨੀਰੀ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਜਾ ਸਕੇ। ਪਿੰਡ ਭੋਲੇਕੇ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਮੰਜੀ ਦੀ ਸੇਵਾ ਹੁਣ ਬਾਬਾ ਪਰਮਹਿੰਦਰ ਸਿੰਘ ਰੰਧਾਵਾ ਦੇ ਅੱਗੋਂ ਵਾਰਸ ਕਰ ਰਹੇ ਹਨ। ਇਤਿਹਾਸਕ ਹਵਾਲੇ: ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ, ਪੁਰਾਤਨ ਜਨਮ ਸਾਖੀ, ਗੁਰੂ ਨਾਨਕ ਚਮਤਕਾਰ ਭਾਈ ਵੀਰ ਸਿੰਘ ਜੀ, ਅਸ਼ਟ ਗੁਰੂ ਚਮਤਕਾਰ ਭਾਈ ਵੀਰ ਸਿੰਘ ਜੀ, ਸਾਹਿਬਜ਼ਾਦਾ ਜੀ ਦੀ ਬੰਸਵਾਲੀ ਨਾਮਾ ਬਾਬਾ ਸਾਹਿਬਜ਼ਾਦਾ ਜੀ, ਬਾਬਾ ਸਾਹਿਬ ਦਿੱਤਾ ਜੀ, ਬਾਬਾ ਸਾਹਿਬ ਸੁਜਾਨ ਜੀ, ਬਾਬਾ ਮਹਿਮਾ ਜੀ, ਬਾਬਾ ਧੱਜਾ ਸਿੰਘ ਜੀ, ਬਾਬਾ ਹੀਰਾ ਸਿੰਘ ਜੀ, ਬਾਬਾ ਸੰਤ ਸਿੰਘ ਜੀ, ਬਾਬਾ ਗੁਰਚਰਨ ਸਿੰਘ ਜੀ, ਬਾਬਾ ਸ਼ਮਸ਼ੇਰ ਸਿੰਘ ਜੀ, ਬਾਬਾ ਪਰਮਹਿੰਦਰ ਸਿੰਘ ਜੀ। ਅੱਗੇ ਇਹ ਸੇਵਾ ਜਿਹੜੀ ਹੈ ਉਹ ਸਰਦਾਰ ਮਨਜੀਤ ਸਿੰਘ ਰੰਧਾਵਾ ਪਿੰਡ ਭੋਲੇਕੇ ਕਰ ਰਹੇ ਹਨ, ਜਿਹੜੇ ਕਿ ਬਾਬਾ ਪਰਮਹਿੰਦਰ ਸਿੰਘ ਜੀ ਦੇ ਸਭ ਤੋਂ ਵੱਡੇ ਸਪੁੱਤਰ ਹਨ।